बिस्मिल्लाहिर्रहमानिर्रहीम। दोस्तों, अस्सलाम वालेकुम। ਜਿਹੜੇ ਦੋਸਤ ਦੂਸਰੇ ਮੁਲਕਾਂ 'ਚ ਔਰ ਦੂਸਰੇ ਧਰਮ ਵਾਲੇ ਨੇ ਉਹਨਾਂ ਨੂੰ ਸਤਿ ਸ੍ਰੀ ਅਕਾਲ, ਨਮਸਤੇ। ਜਿਹੜਾ ਇਸ਼ੂ ਬਣਿਆ ਫੌਰੀ ਤੌਰ 'ਤੇ ਅਸੀਂ ਗੱਲ ਕਰਨ ਲੱਗੇ ਉਹ ਇਸਮਾਈਲ ਹਨੀਆਂ ਦੀ ਜਿਹੜੀ ਮੌਤ ਹੈ ਉਹਦੇ ਉੱਤੇ ਦੁਨੀਆ ਦਾ ਰਿਐਕਸ਼ਨ ਕੀ ਹੈ। ਮਤਲਬ ਅਸੀਂ ਵੇਖਿਆ ਹੈ ਕਿ ਕਤਰ ਨੇ, ਤੁਰਕੀ ਨੇ, ਉਰਦਨ ਨੇ, ਇਹਨਾਂ ਨੇ ਉਹਦੇ ਉੱਤੇ ਮੁਜ਼ੰਮਤ ਕੀਤੀ, ਕੰਡੈਮ ਕੀਤਾ ਹੈ ਕਿ ਇਸਰਾਈਲ ਨੇ ਹਮਲਾ ਕਰਕੇ ਇਸਮਾਈਲ ਹਨੀਆਂ ਨੂੰ ਚੰਗਾ ਨਹੀਂ ਕੀਤਾ ਔਰ ਅਫਸੋਸਨਾਕ, ਔਰ ਇਹਦੇ ਨਾਲ ਆਲਮੀ ਜਿਹੜਾ ਅਮਨ ਹੈਗਾ ਉਹਨੂੰ ਖਤਰੇ ਦੇ ਵਿੱਚ ਪਾਇਆ। ਲੇਕਿਨ ਦੋ ਤਿੰਨ ਹੋਰ ਚੀਜ਼ਾਂ ਨੇ ਉਹ ਇਸ ਮੁਜ਼ੰਮਤ ਤੋਂ ਹੀ ਵੱਡੀਆਂ ਨੇ। ਇੱਕ ਈਰਾਨ ਦਾ ਰੱਦੇ ਅਮਲ। ਈਰਾਨ ਦਾ ਰੱਦੇ ਅਮਲ ਜ਼ੁਬਾਨੀ ਹੱਦ ਤੱਕ ਇਸ ਤਰ੍ਹਾਂ ਹੈ ਕਿ ਉਹਨਾਂ ਦੇ ਰੂਹਾਨੀ ਰਹਿਨੁਮਾ ਜਿਹੜੇ ਨੇ ਅਲੀ ਖਾਮਨਈ, ਉਹਨਾਂ ਨੇ ਕਿਹਾ ਕਿ ਇਹਦਾ ਜਵਾਬ ਇੰਤਹਾਈ ਸਖਤ ਅਸੀਂ ਦੇਵਾਂਗੇ, ਬਦਲਾ ਲਵਾਂਗੇ। ਆਲਮੀ ਕਵਾਨੀਨ ਨੂੰ ਵੇਖੀਏ, ਜ਼ਾਬਤਿਆਂ ਨੂੰ ਵੇਖੀਏ ਤਾਂ ਈਰਾਨ ਜਸਟੀਫਾਈ ਕਰਦਾ ਹੈ ਕਿਉਂਕਿ ਉਹਦੀ ਸਰਜ਼ਮੀਨ ਨੂੰ ਟਾਰਗੇਟ ਕੀਤਾ ਗਿਆ ਔਰ ਉੱਥੇ ਇੱਕ ਮਹਿਮਾਨ ਆਏ ਬੰਦੇ ਨੂੰ ਇਸਰਾਈਲ ਨੇ ਸ਼ਹੀਦ ਕੀਤਾ। ਅਤੇ ਇਹ ਇਸ ਲਿਹਾਜ਼ ਨਾਲ ਈਰਾਨ ਦਾ ਬਦਲਾ ਬਣਦਾ ਹੈ ਔਰ ਉਹ ਕਿਸੇ ਵੀ ਪਲੇਟਫਾਰਮ ਦੇ ਉੱਤੇ ਕਲੇਮ ਕਰ ਸਕਦਾ ਹੈ। ਔਰ ਅਗਰ ਉਹ ਹਮਲਾ ਕਰਦਾ ਹੈ ਜਵਾਬੀ ਇਸਰਾਈਲ ਦੇ ਉੱਤੇ ਤਾਂ ਫਿਰ ਉਹ ਜਸਟੀਫਾਈ। ਲੇਕਿਨ ਇਹ ਹਮਲਾ ਉਸੇ ਤਰ੍ਹਾਂ ਦਾ ਹੀ ਹੋਵੇਗਾ ਜਿਸ ਤਰ੍ਹਾਂ ਕੁਝ ਅਰਸਾ ਪਹਿਲੇ ਈਰਾਨ ਨੇ ਆਪਣੇ ਜਿਹੜਾ ਦਿਮਸ਼ਕ ਦੇ ਵਿੱਚ ਸਫਾਰਤਖਾਨਾ ਸੀ ਉਹਦੇ ਉੱਤੇ ਇਸਰਾਈਲੀ ਹਮਲੇ ਦੇ ਜਵਾਬ ਦੇ ਵਿੱਚ ਫੋਕੇ ਜੇ ਕੁਝ ਰਾਕਟ ਫਾਇਰ ਕਰ ਦਿੱਤੇ ਇਸਰਾਈਲ ਦੇ ਉੱਤੇ, ਅਤੇ ਉਹਨਾਂ ਨੇ ਕਿਹਾ ਜੀ ਕਿ ਬੜਾ ਸਾਡਾ ਬਦਲਾ ਪੂਰਾ ਹੋ ਗਿਆ। ਇਹਨੂੰ ਅਸੀਂ ਬਾਹਰ ਬੈਠੇ ਸ਼ਾਇਦ ਜ਼ਿਆਦਾ ਜੋਸ਼ ਦਾ ਮੁਜ਼ਾਹਰਾ ਕਰਨੇ, ਜ਼ਿਆਦਾ ਤੋਕੋ ਕਰਨੇ ਆ, ਲੇਕਿਨ ਰਿਆਸਤਾਂ ਨੂੰ ਅਮਨ ਰੱਖਣ ਵਾਸਤੇ ਔਰ ਆਪਣੀ ਕੁਵਤ ਜਿਹੜੀ ਉਹਨੂੰ ਵੇਖਦੇ ਹੋਇਆ ਰੱਦੇ ਅਮਲ ਦੇਣਾ ਪੈਂਦਾ ਵੇ। ਅਤੇ ਹੋ ਸਕਦਾ ਈਰਾਨ ਜਿਹੜਾ ਉਹਨੇ ਜਿਹੜੀ ਕੈਲਕੂਲੇਸ਼ਨਸ ਕੀਤੀਆਂ ਨੇ ਉਹਨੂੰ ਪਤਾ ਲੱਗਾ ਕਿ ਮੇਰੇ ਅਗਰ ਜੰਗ ਹੁੰਦੀ ਹੈ ਤਾਂ ਮੈਨੂੰ ਅਸਲਿਆ ਕਿੱਥੋਂ ਮਿਲੇਗਾ, ਮੈਨੂੰ ਸਪੋਰਟ ਬੈਨ ਅਲ-ਅਕਾਮੀ ਫੋਰਮਸ ਦੇ ਉੱਤੇ ਕਿਹੜੀ ਜਗ੍ਹਾ ਤੋਂ ਹੋਵੇਗੀ, ਅਤੇ ਉਸ ਕੈਲਕੂਲੇਸ਼ਨ ਦੇ ਵਿੱਚ ਉਹਨੇ ਇੰਨਾ ਹੀ ਸਮਝਿਆ ਕਿ ਜਵਾਬ ਥੋੜ੍ਹਾ ਜਿਹਾ ਹੀ ਦੇ ਦਈਏ ਅਤੇ ਕਾਫੀ। ਲੇਕਿਨ ਇਸ ਦਫਾ ਮਾਮਲਾ ਕੁਝ ਹੋਰ ਹੈ। ਲੋਕ ਤਾਂ ਇਹ ਵੀ ਕਹਿਣ ਡੇ ਨੇ ਬਹਰਹਾਲ ਕਿ ਈਰਾਨ ਦੇ ਜਿਹੜੇ ਸਾਬਕ ਸਦਰ ਸਨ, ਉਹ ਸ਼ਹੀਦ ਹੋਣ ਵਾਲੇ ਰਈਸੀ, ਉਹਨਾਂ ਦੀ ਮੌਤ ਵੀ ਹੁਣ ਪੱਕੀ ਗੱਲ ਹੈ ਕਿ ਉਹ ਇੱਕ ਹਾਦਸਾ ਨਹੀਂ ਸੀ ਹੈਗਾ, ਉਹ ਮਾਰੇ ਗਏ ਨੇ। ਅਤੇ ਉਸ ਤੋਂ ਪਹਿਲੇ ਉਹਨਾਂ ਦੇ ਜਿਹੜੇ ਜਨਰਲ ਸੁਲੇਮਾਨੀ ਉਹ ਵੀ ਇਸਰਾਈਲੀ ਹਮਲੇ 'ਚ ਮਾਰੇ ਗਏ। ਅਤੇ ਇਹ 3-4 ਪੈ ਦਰ ਪੈ ਵਾਕਿਆਤ ਹੋਏ ਨੇ ਈਰਾਨ ਦੇ ਹਵਾਲੇ ਨਾਲ। ਅਤੇ ਮੁਬਸਰੀਨ ਦਾ ਖਿਆਲ ਹੈ ਕਿ ਈਰਾਨ ਨੂੰ ਇੱਕ ਵੱਡੀ ਜੰਗ ਦੇ ਵਿੱਚ ਖਿੱਚਣ ਵਾਸਤੇ ਇਹ ਸਾਰਾ ਕੁਝ ਕੀਤਾ ਜਾ ਰਿਹਾ। ਲੇਕਿਨ ਮੈਂ ਕੱਲ੍ਹ ਦਾ ਵੇਖ ਰਿਹਾ ਕਿ ਅਮਰੀਕੀ ਜਿਹੜਾ ਰਿਐਕਸ਼ਨ ਹੈ ਉਹ ਕਿਸ ਤਰ੍ਹਾਂ ਦਾ ਹੈ। ਇੱਕ ਸੁਪਰ ਪਾਵਰ ਦੇ ਤੌਰ 'ਤੇ, ਇੱਕ ਐਸੀ ਤਾਕਤ ਦੇ ਤੌਰ 'ਤੇ ਜਿਹਦੇ ਮਿਡਲ ਈਸਟ ਦੇ ਵਿੱਚ ਬਹੁਤ ਸਾਰੇ ਮੁਫਾਦਾਤ ਨੇ, ਉਹ ਕੀ ਇਸ ਤਨਾਜ਼ੇ ਨੂੰ ਸੰਭਾਲ ਪਾਏਗੀ ਜਾਂ ਉਹ ਇਹਦਾ ਦਿਫਾਅ ਕਰੇਗੀ ਇਸਰਾਈਲ ਦਾ, ਜਾਂ ਫਿਰ ਉਹ ਜਿਹੜਾ ਮੁਆਹਦੇ ਹੋਣ ਦੀਆਂ ਗੱਲਾਂ ਹੋ ਰਹੀਆਂ ਸੀ ਕਿ ਗਜ਼ਾ ਦੇ ਵਿੱਚ ਅਮਨ ਵਾਸਤੇ ਅਮਰੀਕੀ ਸਰਕਰਦਗੀ ਦੇ ਵਿੱਚ ਇੱਕ ਮੁਆਹਦਾ ਹੋਣਾ ਜਾ ਰਿਹਾ ਸੀ ਔਰ ਉਹ ਮੁਆਹਦਾ ਜਿਹੜਾ ਹੈ ਉਹਦੇ ਵਿੱਚ UAE ਵੀ ਸ਼ਾਮਲ ਸੀ, ਉਹ ਕੋਸ਼ਾਂ ਮੀਟਿੰਗਸ ਦੇ ਵਿੱਚ ਸਭ ਕੁਝ ਹੋ ਰਿਹਾ ਸੀ। ਇਸ ਵਾक़ੇ ਤੋਂ ਬਾਅਦ ਹਮਾਸ ਔਰ ਬਾਕੀ ਤਨਜ਼ੀਮਾਂ ਜਿਹੜੀਆਂ ਨੇ ਉਹ ਕੀ ਅਗਰ ਕੋਈ ਮੁਆਹਦਾ ਹੁੰਦਾ ਹੈ ਜਾਂ ਉਹਦੀ ਪੇਸ਼ਕਸ਼ ਹੁੰਦੀ ਤਾਂ ਕਬੂਲ ਕਰਨਗੇ। ਮੈਂ ਕੱਲ੍ਹ ਦੇ ਵਲੌਗ ਦੇ ਵਿੱਚ ਕਿਹਾ ਸੀ ਕਿ ਇਸ ਸ਼ਹਾਦਤ ਤੋਂ ਬਾਅਦ ਇੱਕ ਤਾਂ ਇਹ ਹੋ ਸਕਦਾ ਕਿ ਜੰਗ ਬੰਦ ਕੀਤੀ ਜਾਵੇ ਔਰ ਇਸਰਾਈਲ ਦੁਨੀਆ ਨੂੰ ਦੱਸ ਦੇ ਕਿ ਜੀ ਠੀਕ ਹੈ, ਮੈਂ ਹਮਾਸ ਦੇ ਜਿਹੜੇ ਲੋਕ ਸਨ ਟਾਪ ਲੀਡਰਸ਼ਿਪ ਉਹਨਾਂ ਨੂੰ ਮਾਰ ਦਿੱਤਾ, ਉਹ ਇੰਨੇ ਬੰਦੇ ਮਾਰ ਦਿੱਤੇ ਨੇ ਔਰ ਅਸੀਂ ਤਬਾਹ ਕਰਤਾ ਫਲਸਤੀਨੀਆਂ ਦੀਆਂ ਬਸਤੀਆਂ ਨੂੰ, ਅਤੇ ਹੁਣ ਸਾਡਾ ਬਦਲਾ ਪੂਰਾ ਹੋ ਗਿਆ ਤਾਂ ਅਸੀਂ ਇਹਨੂੰ ਖਤਮ ਕਰਨੇ, ਅਸੀਂ ਮੁਆਹਦੇ ਵੱਲ ਜਾਂਦੇ। ਦੂਸਰਾ ਇਹ ਵੇ ਕਿ ਇੱਥੇ ਮੁਕੰਮਲ ਜਿਹੜੀ ਲੀਡਰਸ਼ਿਪ ਬਾਕੀ ਧੜਿਆਂ ਦੀ ਵੀ ਉਹਨੂੰ ਵੀ ਖਤਮ ਕੀਤਾ ਜਾਵੇ ਅਤੇ ਇਹਦਾ ਜਿਹੜਾ ਇਸਰਾਈਲ ਇਸ ਜੰਗ ਨੂੰ ਫੈਲਾ ਕੇ ਬਾਕੀ ਮੁਲਕਾਂ ਦੇ ਜਿਹੜੇ ਰਕਬੇ ਨੇ ਉਹ ਵੀ ਖੋਹਣ ਦੀ ਕੋਸ਼ਿਸ਼ ਕਰੇ। ਔਰ ਇਹ ਪ੍ਰੋਜੈਕਟ ਅਗਰ ਜਾਂ ਇਹ ਮਨਸੂਬਾ ਪਲਾਨ ਅੱਗੇ ਵੱਧਦਾ ਹੈ ਅਤੇ ਇਹ ਅਮਰੀਕਾ ਦੇ ਹੀ ਕੁਝ ਮੁਫਾਦਾਤ ਹੈਗੇ ਨੇ ਜਿੰਨੀ ਤਕਮੀਲ ਹੋਵੇਗੀ। ਸ਼ਾਇਦ ਇਸੇ ਵਾਸਤੇ ਹੀ ਸਾਨੂੰ ਲੱਗਦਾ ਹੈ ਕਿ ਅਮਰੀਕਾ ਨੇ ਹੁਣ ਤੱਕ ਇੱਥੇ ਅਮਨ ਕਾਇਮ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹਨਾਂ ਦੀ ਹਮਾਇਤ ਨਹੀਂ ਕੀਤੀ। ਜਿਹੜੀ ਵੀ ਜੰਗਬੰਦੀ ਦੀ ਕੋਈ ਕੋਸ਼ਿਸ਼ ਹੋਈ, ਮੁਜ਼ਾਕਰਾਤ ਦੀ ਕੋਸ਼ਿਸ਼ ਹੋਈ, ਅਮਰੀਕਾ ਨੇ ਉਹਦੇ ਤੋਂ ਪਿੱਛੇ ਹਟ ਗਿਆ
ਤੇ ਹਰ ਉਸ ਮੂਵ ਦੀ ਮੁਖਾਲਫਤ ਕੀਤੀ ਅਮਰੀਕਾ ਨੇ, ਜਿੰਦਾ ਮਕਸਦ ਇਸ ਰੀਜਨ ਦੇ ਵਿੱਚ ਅਮਨ ਕਾਇਮ ਕਰਨਾ ਸੀ। ਤੇ ਹੁਣ ਦੁਨੀਆ ਅਮਰੀਕਾ ਵੱਲ ਵੇਖ ਰਹੀ ਕਿ ਉਹ ਆਪਣਾ ਰੋਲ ਕਿਸ ਤਰ੍ਹਾਂ ਦਾ ਅਦਾ ਕਰਦਾ, ਇੱਕ ਜ਼ਿੰਮੇਦਾਰ ਸੁਪਰ ਪਾਵਰ ਦੇ ਤੌਰ ਤੇ ਅਦਾ ਕਰਦਾ ਹੈ। ਦੁਨੀਆ ਦੇ ਵਿੱਚ ਉਹ ਜਿਹੜੇ ਇਨਸਾਫ, ਇਨਸਾਨੀ ਹਕੂਕ, ਰਿਆਸਤਾਂ ਦੀ ਖੁਦ ਮੁਖਤਾਰੀ, ਇਹ ਜਿਹੜੇ ਸੁਨਹਿਰੀ ਕਿਸਮ ਦੇ ਨਾਅਰੇ ਹੈਗੇ ਨੇ, ਔਰ ਅਕਵਾਮ ਮੁਤੱਹਦਾ ਦੇ ਚਾਰਟਰ ਦੇ ਵਿੱਚ ਵੀ ਲਿਖੇ ਨੇ ਕਿ ਉਹ ਨਾਅਰੇ ਜਿਹੜੇ ਨੇ ਉਹ ਹਕੀਰ ਹੋ ਜਾਣਗੇ, ਉਹਨਾਂ ਨੂੰ ਕੋਈ ਅਹਿਮੀਅਤ ਨਹੀਂ ਰਹੇਗੀ, ਜਾਂ ਅਮਰੀਕਾ ਉਹਨਾਂ ਨੂੰ ਕੋਈ ਵੁਕਤ ਦਵਾਵੇਗਾ ਔਰ ਦੁਨੀਆ ਨੂੰ ਦੱਸੇਗਾ ਕਿ ਨਹੀਂ, ਅੱਜ ਵੀ ਇਹਨਾਂ ਦੀ ਕਦਰੋ ਕੀਮਤ ਹੈਗੀ ਔਰ ਇਹਨਾਂ ਦਾ ਤਹਫੁਜ਼ ਕਰਨਾ ਇੱਕ ਸੁਪਰ ਪਾਵਰ ਦੇ ਤੌਰ ਤੇ ਮੇਰਾ ਫਰਜ਼ ਹੈ। ਇਸਰਾਈਲ ਦੇ ਜਿਹੜੇ ਇਕਦਾਮਾਤ ਨੇ, ਉਹਨਾਂ ਦੀ ਕੋਈ ਵੀ ਕੁਵਤ ਜਿਹੜੀ ਇਨਸਾਫ ਪਸੰਦ ਕੁਵਤ, ਇਨਸਾਫ ਪਸੰਦ ਲੋਕ ਉਹ ਹਮਾਇਤ ਨਹੀਂ ਕਰ ਸਕਦੇ। ਇਹ ਬਹਿਸ ਦੇ ਵਿੱਚ ਜਾਏ ਬਗੈਰ ਕਿ ਹਮਾਸ ਨੇ ਹਮਲਾ ਪਹਿਲੇ ਕੀਤਾ, ਫਿਰ ਇਸਰਾਈਲ ਨੇ ਉਹਦਾ ਜਵਾਬ ਦੇ ਸਾਰਾ ਕੁਝ ਕੀਤਾ, ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇੱਕ ਵੱਡੇ ਤਨਾਜ਼ੇ ਦੀ ਲੜੀ ਹੈ। ਇਸਰਾਈਲ ਨੇ ਫਲਸਤੀਨੀਆਂ ਦੀ ਸਰਜ਼ਮੀਨ ਤੇ ਕਬਜ਼ਾ ਕੀਤਾ ਹੈ, ਇਹ ਬੁਨਿਆਦੀ ਗੱਲ ਹੈ ਔਰ ਹਕੀਕਤ ਹੈਗੀ, ਇਹਨੂੰ ਨਹੀਂ ਕੋਈ ਛੁਟਾ ਸਕਦਾ। ਹਾਂ, ਉਸ ਕਬਜ਼ੇ ਦੀ ਹਮਾਇਤ ਜਿਹੜੀ ਉਸ ਵਕਤ ਦੀ ਸੁਪਰ ਪਾਵਰ ਜਿਹੜੀ ਬਰਤਾਨੀਆ, ਉਹਦੀ ਵਜ੍ਹਾ ਨਾਲ ਹੋਈ, ਔਰ ਫਿਰ ਅਮਰੀਕਾ ਨੇ ਉਹਦੀ ਸਪੋਰਟ ਕੀਤੀ। ਔਰ ਇਹ ਨੌ ਆਬਾਦਿਆਤੀ ਜਿਹੜਾ ਨਿਜ਼ਾਮ ਸੀ, ਉਹਦੀ ਇੱਕ ਪਲੈਨਿੰਗ ਸੀ, ਔਰ ਇਸੇ ਵਾਸਤੇ ਵੱਡੀਆਂ ਤਾਕਤਾਂ ਹੁਣ ਵੀ ਆਪਣੇ ਸਾਬਕਾ ਜਿਹੜੇ ਸਦੀ ਦੇ ਫੈਸਲੇ ਨੇ ਉਹਨਾਂ ਨੂੰ ਤਹਫੁਜ਼ ਦੇਣ ਵਾਸਤੇ ਮੈਦਾਨ ਦੇ ਵਿੱਚ ਆਉਂਦੀਆਂ ਨੇ। ਅਤੇ ਉਸ ਤੋਂ ਬਾਅਦ ਜਨਾਬ ਇਹ ਹੋ ਰਿਹਾ ਕਿ ਅਮਰੀਕਾ ਕੋਲੋਂ ਜਿਹੜੀ ਅਸੀਂ ਤੋਕੋ ਦੀ ਗੱਲ ਕਰਨ ਰਹੇ ਹਾਂ ਕਿ ਇਹ ਵੀ ਅਮਰੀਕਾ ਨੂੰ ਸਾਬਤ ਕਰਨਾ ਕਿ ਉਹ ਮੁਹੱਜ਼ਬ ਮੁਲਕ ਹੈ। ਅਸੀਂ ਜਦੋਂ ਵੈਸਟਰਨ ਸੁਸਾਇਟੀਜ਼ ਨੂੰ ਪੜ੍ਹਨੇ ਆ ਔਰ ਉਹਨਾਂ ਬਾਰੇ ਅਤੇ ਉਹਨਾਂ ਦੇ ਇੰਟਰਨੈਸ਼ਨਲ ਲਾਅ ਦੇ ਜਦੋਂ ਪੜ੍ਹਨੇ, ਉਹਨਾਂ ਦੀ ਸਟੱਡੀ ਕਰਨੇ, ਅਤੇ ਉਹ ਆਪਣੇ ਆਪ ਨੂੰ ਸਿਵਲਾਈਜ਼ਡ ਸਟੇਟਸ ਕਹਿੰਦੇ ਨੇ। ਦੁਨੀਆ ਦੀ ਬਾਕੀ ਰਿਆਸਤਾਂ ਨੂੰ ਸਿਵਲਾਈਜ਼ਡ ਨਹੀਂ ਮੰਨਦੇ, ਅਤੇ ਉਹ ਆਪਣੇ ਆਪ ਨੂੰ ਜਦੋਂ ਸਿਵਲਾਈਜ਼ਡ ਸਟੇਟ ਕਹਿੰਦੇ ਨੇ, ਔਰ ਇਸੇ ਵਾਸਤੇ ਫਿਰ ਉਹ ਆਪਣੇ ਜਿਹੜੇ ਲਾਜ਼ ਨੇ ਉਹਨਾਂ ਨੂੰ ਇੰਟਰਨੈਸ਼ਨਲ ਲਾਜ਼ ਦਾ ਦਰਜਾ ਵੀ ਦਿੰਦੇ ਨੇ, ਇੰਟਰਨੈਸ਼ਨਲ ਲਾਅ ਦੀ ਮੇਕਿੰਗ ਦੇ ਵਿੱਚ ਵੀ ਉਹਨਾਂ ਨੂੰ ਮਿਸਾਲ ਦੇ ਤੌਰ 'ਤੇ ਦਿੰਦੇ ਨੇ। ਅਤੇ ਹੁਣ ਪਤਾ ਲੱਗੇਗਾ ਕਿ ਇਹ ਵਾਲੇ ਜਿਹੜੇ ਮਸਾਇਲ ਨੇ, ਇਹਨਾਂ ਨੂੰ ਹੱਲ ਕਰਨ ਵਾਸਤੇ ਅਮਰੀਕਾ ਮੁਹੱਜ਼ਬ ਰਵੱਈਆ ਇਖਤਿਆਰ ਕਰਦਾ ਹੈ ਜਾਂ ਫਿਰ ਉਹ ਪੁਰਾਣੇ ਦੌਰ ਦੇ ਵਹਿਸ਼ੀ ਜਿਹੜੇ ਕਬਾਇਲ ਸਨ, ਵਹਿਸ਼ੀ ਤਰਜ਼ ਅਮਲ, ਉਹਦਾ ਮੁਜ਼ਾਹਰਾ ਕਰੇਗਾ। ਅਤੇ ਇਹਨੂੰ ਇਸਰਾਈਲੀ ਜਰਾਇਮ ਦੇ ਉੱਤੋਂ ਮੇਰਾ ਖਿਆਲ ਹੈ ਕਿ ਅਮਰੀਕਾ ਨੂੰ ਜਲਦ ਅਲੱਗ ਹੋਣਾ ਪਏਗਾ। ਅਗਰ ਅਮਰੀਕਾ ਇਸਰਾਈਲ ਦੇ ਨਾਲ ਜੁੜਿਆ ਰਹਿੰਦਾ ਹੈ ਔਰ ਇਹਦੇ ਜਰਾਇਮ ਦਾ ਦਿਫਾਅ ਕਰਦਾ ਰਹਿੰਦਾ ਹੈ, ਅਤੇ ਫਿਰ ਥੋੜ੍ਹੇ ਅਰਸੇ ਵਾਸਤੇ ਤਾਂ ਅਸੀਂ ਮੰਨ ਲੈਂਦੇ ਕਿ ਤਾਕਤ ਔਰ ਜਿਹੜਾ ਜ਼ੋਰ ਹੁੰਦਾ ਹੈ, ਉਹ ਜਬਰ ਜਿਹੜਾ ਹੁੰਦਾ ਹੈ, ਉਹ ਕੰਟਰੋਲ ਕਰ ਲੈਂਦਾ ਹੈ, ਲੇਕਿਨ ਇਹ ਸਿਲਸਿਲਾ ਜ਼ਿਆਦਾ ਦੇਰ ਤੱਕ ਨਹੀਂ ਚੱਲਦਾ। ਅਤੇ ਇੱਥੇ ਵੀ ਸਾਨੂੰ ਲੱਗਦਾ ਹੈ ਕਿ ਈਰਾਨ ਨੇ ਅਗਰ ਸਖਤ ਜਵਾਬ ਦੇਣ ਦਾ ਫੈਸਲਾ ਕਰ ਲਿਆ ਔਰ ਇੱਕ ਨਵਾਂ ਇਤਿਹਾਦ ਇਸ ਰੀਜਨ ਦੇ ਵਿੱਚ ਬਣਨਾ ਸ਼ੁਰੂ ਹੋ ਗਿਆ ਅਮਰੀਕਾ ਔਰ ਇਸਰਾਈਲ ਦੇ ਖਿਲਾਫ, ਅਤੇ ਫਿਰ ਚੀਨ ਦੀ ਪੇਸ਼ਰਫਤ ਜਿਹੜੀ ਹੈਗੀ ਮਿਡਲ ਈਸਟ ਦੇ ਵਿੱਚ, ਉਹ ਅਮਰੀਕਾ ਵਾਸਤੇ ਕੋਈ ਚੰਗੇ ਨਤੀਜੇ ਦਾ ਬਾਇਸ ਨਹੀਂ ਬਣੇਗੀ। ਮੇਰਾ ਇਹ ਖਿਆਲ ਹੈ ਕਿ ਹੋ ਸਕਦਾ ਕਿ ਜੰਗ ਦੇ ਨਾਲ, ਹਥਿਆਰਾਂ ਦੇ ਨਾਲ ਔਰ ਬੰਦੇ ਮਾਰ ਕੇ ਜਵਾਬ ਇਸਰਾਈਲ ਨੂੰ ਜਾਂ ਅਮਰੀਕਾ ਨੂੰ ਨਾ ਦਿੱਤਾ ਜਾ ਸਕਦਾ ਹੋਵੇ, ਲੇਕਿਨ ਆਪਸ਼ਨ ਜਿਹੜੇ ਦੂਸਰੇ ਨੇ ਉਹ ਖੁੱਲ੍ਹ ਗਏ ਨੇ, ਦੂਸਰੇ ਪੁਰਅਮਨ ਆਪਸ਼ਨਸ ਜਿਹੜੇ ਨੇ, ਜਿਹਦੇ ਨਾਲ ਇਸ ਰੀਜਨ ਦੇ ਵਿੱਚ ਅਮਰੀਕਾ ਦੀ ਤਾਕਤ ਨੂੰ ਘੱਟ ਕੀਤਾ ਜਾ ਰਿਹਾ ਹੈ। ਅਤੇ ਮੇਰਾ ਇਹ ਖਿਆਲ ਹੈ ਕਿ ਜਿਹੜਾ ਇਹਦੇ ਉੱਤੇ ਰੱਦ ਅਮਲ ਦੁਨੀਆ ਦਾ ਹੈਗਾ, ਅਮਰੀਕਾ ਨੂੰ ਸੀਰੀਅਸਲੀ ਲੈਣਾ ਚਾਹੀਦਾ ਉਹਨੂੰ, ਔਰ ਸਮਝਣਾ ਚਾਹੀਦਾ ਹੈ ਕਿ ਦੁਨੀਆ ਦੇ ਵਿੱਚ ਅਮਨ ਜਿਹੜਾ ਹੈ ਉਹ ਉਹਦੀ ਵਜ੍ਹਾ ਨਾਲ ਖਤਰੇ 'ਚ, ਔਰ ਉਹਨਾਂ ਮੁਲਕਾਂ ਤੋਂ ਵੀ, ਇਸਰਾਈਲ ਵਰਗੇ ਮੁਲਕਾਂ ਦੀ ਵਜ੍ਹਾ ਨਾਲ ਖਤਰੇ 'ਚ ਹੋਵੇ ਜਿਹੜੇ ਕਿਸੇ ਆਲਮੀ ਜ਼ਾਬਤੇ ਨੂੰ ਨਹੀਂ ਮੰਨਣ ਦੇ, ਔਰ ਜਿਹੜੇ ਕਿਸੇ ਆਪਣੇ ਹਮਸਾਏ ਦਾ ਖਿਆਲ ਨਹੀਂ ਕਰਨ ਦੇ, ਜਿਹੜੇ ਪੁਰਅਮਨ ਕੌਮਾਂ ਦੇ ਜੀਣ ਦਾ ਹੱਕ ਜਿਹੜਾ ਹੈ ਉਹਨੂੰ ਤਸਲੀਮ ਨਹੀਂ ਕਰਨ ਦੇ। ਅਤੇ ਜੀਂਦੇ ਰਹੋ, ਵਸਦੇ ਰਹੋ।